कप के कर मुष्ट चनन की, लुबद न त्याग दयो। जो जो कर्म किए लालच स्यों, ते फिर गरे पर्यो। भगत बिन बिरथे जन्म गयो। साध संगत भगवान भजन बिन, कहीं न सच रहो। रहाओ ज्यों उद्यान कुसुम पर फुल्लित, किनै न कराहो लयो। तैसे भ्रमत अनेक जोन में, फिर काल हैयो। या धन जोबन अर सुत दारा, पेखन को जो दयो। तिन्ही माहे अटक जो उर्जे, इंद्री प्रेर लयो। औद अनल तन तिन को मंदर, चौदिस ठाट ठयो। कह कबीर पै सागर तरन को, मैं सतगुर ओट लयो। वाहिगुरु जी का खालसा, वाहिगुरु जी की फतेह। गुरु सवारी साध संगत जीओ, बाणी ਦਾ ਪਾਠ ਕਰਨਾ, बाणी ਦਾ ਪਾਠ ਸੁਣਨਾ बहुत अच्छी बात है। कर बाणी ਦੀ ਵਿਚਾਰ ਤੋਂ ਬਿਨਾ, ਬਾਣੀ ਤੋਂ ਸਹੀ ਜੀਵਨ ਜਾਚ ਨਹੀਂ ਸਿੱਖੀ ਜਾ ਸਕਦੀ। ਅੱਜ ਸਾਡਾ ਸਾਰਾ ਜ਼ੋਰ ਦੂਜਿਆਂ ਤੋਂ ਪਾਠ ਕਰਾਉਣ, ਦੂਜਿਆਂ ਤੋਂ ਅਰਦਾਸ ਕਰਾਉਣ ਤੇ ਘਰ ਬੈਠੇ ਪਾਠ ਕਰਾਉਣ ਦਾ ਜਿਹੜਾ ਰਿਵਾਜ ਪੈ ਗਿਆ, ਵੀ ਪੈਸੇ ਭੇਜੋ ਸਾਡਾ ਪਾਠ ਹੋ ਜਾਏ, ਸਾਡੀ ਅਰਦਾਸ ਕਰ ਦਿਓ। ਇਹ ਜਿਹੜੀ ਅਣਸੁਣੀ ਬਾਣੀ, ਅਣਵਿਚਾਰੀ ਬਾਣੀ ਹੈ। ਹੁਣ ਇਸ ਨੂੰ ਅਸੀਂ ਗਲਤ ਕੰਮ ਨਹੀਂ ਕਹਿ ਸਕਦੇ, ਪਰ ਇਹਦਾ ਲਾਭ ਕੀ ਹੈ? ਜਿਵੇਂ ਕੋਈ ਭੋਜਨ ਖਾਵੇ ਨਾ, ਆਖੇ ਤੁਸੀਂ ਖਾ ਲਓ ਮੇਰੀ ਭੁੱਖ ਮਿਟ ਜਾਏ, ਕੀ ਮਿਟ ਜਾਏਗੀ? ਸੱਚਮੁੱਚ ਇਸੇ ਤਰ੍ਹਾਂ ਬਾਣੀ ਦੀ ਵਿਚਾਰ ਕੀਤੇ ਤੋਂ ਬਿਨਾਂ, ਬਾਣੀ ਦਾ ਆਪ ਪਾਠ ਕੀਤੇ ਤੋਂ ਬਿਨਾਂ, ਬਾਣੀ ਤੋਂ ਮਿਲੀ ਹੋਈ ਸਿੱਖਿਆ ਨੂੰ ਜੀਵਨ ਵਿੱਚ ਅਪਣਾਏ ਤੋਂ ਬਿਨਾਂ, ਪੜ੍ਹਦੇ ਰੋਜ਼ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਟੇ। ਹੋ ਸਕਦਾ ਕਈਆਂ ਨੂੰ ਮੇਰੀ ਇਹ ਗੱਲ ਚੰਗੀ ਨਾ ਲੱਗਦੀ ਹੋਵੇ, ਪਰ ਮੈਨੂੰ ਖੁਦ ਇਹ ਮਹਿਸੂਸ ਹੋ ਰਿਹਾ ਕਿ ਮੈਂ ਬਚਪਨ ਤੋਂ ਬਾਣੀ ਦਾ ਪਾਠ ਕਰਦਾ ਰਿਹਾ, ਬਾਣੀ ਬੜੇ ਵਿਦਿਆਰਥੀਆਂ ਨੂੰ ਪੜ੍ਹਾਈ ਹੈ, ਪਰ ਹੁਣ ਜਦੋਂ ਵਿਚਾਰ ਦੇ ਮਾਰਗ ਤੇ ਤੁਰਿਆ ਤੇ ਸਮਝ ਆਉਂਦੀ ਹੈ ਕਿ ਬਾਣੀ ਤੋਂ ਮਿਲਣ ਵਾਲੀ ਸਿੱਖਿਆ ਵਿਚਾਰ ਤੋਂ ਬਿਨਾਂ ਕਦੇ ਨਹੀਂ ਮਿਲ ਸਕਦੀ। ਜਿਵੇਂ ਕੋਈ ਬੰਦਾ ਖੂਹ ਦੇ ਕਿਨਾਰੇ ਬੈਠਾ ਰਹੇ ਪਰ ਪਾਣੀ ਕੱਢ ਕੇ ਪੀਏ ਹੀ ਨਾ, ਕਿ ਉਹਦੀ ਪਿਆਸ ਬੁੱਝ ਜਾਏਗੀ। ਜਾਂ ਸਰੋਵਰ ਦੇ ਕਿਨਾਰੇ ਬੈਠਾ ਰਹੇ ਤੇ ਇਸ਼ਨਾਨ ਕਰੇ ਹੀ ਨਾ। ਸੱਚਮੁੱਚ ਇਸੇ ਤਰ੍ਹਾਂ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਦਰਸ਼ਨ ਕਰ ਲੈਂਦੇ ਹਾਂ। ਧੰਨ ਗੁਰੂ ਅਮਰਦਾਸ ਜੀ ਨੇ ਐਵੇਂ ਨਹੀਂ ਕਿਹਾ ਕਿ ਸਤਿਗੁਰ ਨੂੰ ਦੇਖਣ ਵਾਲੇ ਤਾਂ ਬਹੁਤ, ਸਤਿਗੁਰ ਨੂੰ ਸਭ ਕੋ ਵੇਖਦਾ। ਜੇਤਾ ਜਗਤ ਸੰਸਾਰ, ਡਿਠੈ ਮੁਕਤ ਨ ਹੋਵੇ, ਜਿਚਰ ਸ਼ਬਦ ਨ ਕਰੇ ਵਿਚਾਰ। ਕਿਉਂਕਿ ਸਾਡਾ ਮਨ
ਭੈੜੇ ਵਿਚਾਰਾਂ ਤੇ ਵਿਕਾਰਾਂ ਦੀ ਕੈਦ ਵਿੱਚ ਹੈ। ਜਦੋਂ ਤੀਕਰ ਸ਼ਬਦ ਵਿਚਾਰ ਨਹੀਂ ਕਰਦਾ, ਇਹਨਾਂ ਵਿਚਾਰਾਂ ਤੋਂ, ਇਹਨਾਂ ਵਿਕਾਰਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਤੋ ਭਗਤ ਕਬੀਰ ਜੀ ਦਾ ਇਹ ਜੋ ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ, ਇਹਦੀ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਹਨ, ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ, ਕਹੀਂ ਨ ਸੱਚ ਰਹਿਓ। ਭਗਤ ਬਿਨ, ਹੁਣ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ। ਜੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਜਨਮ ਭਾਵੇਂ ਕਿਸੇ ਨੇ 100 ਸਾਲ ਬਤੀਤ ਕੀਤਾ ਤੇ ਭਾਵੇਂ ਨੇ ਘੱਟ ਕੀਤਾ, ਵੱਧ ਕੀਤਾ, ਉਹਦਾ ਜਨਮ ਬਿਰਥਾ ਚਲਾ ਗਿਆ। ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ, ਕਹੀਂ ਨ ਸੱਚ ਰਹਿਓ। ਸੱਚ ਦੀ ਪ੍ਰਾਪਤੀ ਕਦੇ ਹੋ ਨਹੀਂ ਸਕਦੀ ਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ, ਭਗਵਾਨ ਦੇ ਭਜਨ ਸਿਮਰਨ ਕੀਤੇ ਤੋਂ ਬਿਨਾਂ ਕਿਧਰੇ ਵੀ ਸੱਚ ਪੱਲੇ ਨਹੀਂ ਪੈਂਦਾ। ਹੁਣ ਇਹ ਸ਼ਬਦ ਦੀ ਕੇਂਦਰੀ ਸੈਂਟਰਲ ਆਈਡੀਆ ਪਹਿਲੀ ਪੰਕਤੀ, ਇਹਨੂੰ ਬੜੇ ਧਿਆਨਪੂਰਵਕ ਵਿਚਾਰਨ ਦੀ ਲੋੜ। ਇਸ ਤੋਂ ਬਿਨਾਂ ਅਸੀਂ ਜੋ ਕੰਮ ਕਰ ਰਹੇ ਹਾਂ, ਪੜ੍ਹਦੇ ਰੋਜ਼ ਹਾਂ, ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਪੁੱਛੀਏ ਕਹਾਂਗੇ ਰੋਜ਼ ਪੜ੍ਹਦੇ, ਪਰ ਇਹਦਾ ਭਾਵ ਵੀ ਤਾਂ ਸਮਝਣਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਭਾਈ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਤੂੰ ਜਿਤਨੇ ਕੰਮ ਕਰ ਰਿਹਾ ਤੇਰੇ ਕਿਸੇ ਕੰਮ ਨਹੀਂ। ਇਹ ਤਾਂ ਸਭ ਸਿਫਰ ਦੇ ਬਰਾਬਰ। ਜਦ ਤੱਕ ਏਕਾ ਨਹੀਂ ਲੱਗੇਗਾ, ਇਹਨਾਂ ਦੀ ਕੋਈ ਵੈਲਿਊ ਨਹੀਂ। ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜੇ ਬਿਨ, ਕਹੀਂ ਨ ਸੱਚ ਰਹਿਓ। ਲਓ ਹੁਣ ਮਿਸਾਲ ਦੇ ਕੇ ਸਮਝਾਉਂਦੇ, ਅਸੀਂ ਕਿੱਥੋਂ ਖੁੰਝਦੇ ਹਾਂ ਤੇ ਕਿੱਥੇ ਫਸਦੇ ਹਾਂ। ਭਗਤ ਜੀ ਕਹਿੰਦੇ, ਜਿਉਂ ਕੱਪ ਕੇ ਕਰ ਮੁਸ਼ਟ ਚੰਨਨ ਕੀ, ਲੁਬਦ ਨ ਤਿਆਗ ਦਿਓ। ਕੱਪ ਕਹਿੰਦੇ ਨੇ ਬਾਂਦਰ ਨੂੰ। ਬਾਂਦਰ ਨੂੰ ਫੜਨ ਵਾਲੇ ਸ਼ਿਕਾਰੀ ਕੀ ਕਰਦੇ ਨੇ? ਪੱਧਰੀ ਜੀ ਧਰਤੀ ਦੇ ਉੱਤੇ ਇੱਕ ਪੀੜੇ ਦੇ ਮੂੰਹ ਵਾਲਾ ਕੁੱਜਾ ਲੈ ਕੇ ਉਹਨੂੰ ਧਰਤੀ ਵਿੱਚ ਦੱਬ ਦਿੰਦੇ। ਉਹਦੇ ਵਿੱਚ ਥੋੜੇ ਜਿਹੇ ਛੋਲਿਆਂ ਦੇ ਦਾਣੇ ਪਾ ਦਿੰਦੇ, ਥੋੜੇ ਜਿਹੇ ਦਾਣੇ ਉਸ ਤੇ ਸੱਜੇ ਖੱਬੇ ਖਲੇਰ ਦਿੰਦੇ। ਪਰ ਜਿਹੜਾ ਉਹਨਾਂ ਵਿੱਚੋਂ ਤਗੜਾ ਬਾਂਦਰ ਹੁੰਦਾ, ਜਿਹੜਾ ਦੂਜਿਆਂ ਨੂੰ ਘੂਰ ਕੇ ਪਿੱਛੇ ਹਟਾ ਦਿੰਦਾ, ਉਹ ਬੜੀ ਹੁਸ਼ਿਆਰੀ ਦੇ ਨਾਲ ਪਹਿਲਾਂ ਬਾਹਰ ਵਾਲੇ ਦਾਣੇ ਚੁੱਕਦਾ ਤੇ ਫਿਰ ਉਹਦਾ ਧਿਆਨ ਕੁੱਜੀ ਵੱਲ ਜਾਂਦਾ। ਹੁਣ ਕੁੱਜੀ ਦਾ ਮੂੰਹ ਹੁੰਦਾ ਸੌੜਾ, ਤੇ ਜਦੋਂ ਉਹ ਕੁੱਜੀ ਵਿੱਚ ਹੱਥ ਪਾਉਂਦਾ ਉਦੋਂ ਹੱਥ ਖਾਲੀ ਹੁੰਦਾ, ਉਹ ਸੌਖਾ ਹੀ ਚਲਾ ਜਾਂਦਾ। ਫਿਰ ਲਾਲਚ ਦੇ ਅਧੀਨ ਉਹ ਚੰਗੀ ਤਰ੍ਹਾਂ ਮੁੱਠੀ ਭਰ ਲੈਂਦਾ। ਹੁਣ ਕੁੱਜੀ ਦੇ ਮੂੰਹ ਵਿੱਚ ਜਾਣ ਵੇਲੇ ਤੇ ਹੱਥ ਸੀ ਖਾਲੀ, ਤੇ ਜਦੋਂ ਹੱਥ ਵਿੱਚ ਫੜ ਲਏ ਛੋਲਿਆਂ ਦੇ ਦਾਣੇ, ਮੁੱਠੀ ਹੋ ਗਈ ਭਾਰੀ। ਹੁਣ ਉਹ ਉਸ ਕੁੱਜੀ ਵਿੱਚੋਂ ਹੱਥ ਨਿਕਲਦਾ ਨਹੀਂ, ਤੇ ਲਾਲਚ ਵਸੀ ਹੋ ਕੇ ਉਹ ਛੋਲਿਆਂ ਦੇ ਦਾਣੇ ਛੱਡਦਾ ਵੀ ਨਹੀਂ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਅਸੀਂ ਜੀਵ ਪਹਿਲਾਂ ਤੇ
इस आहार पार विच हुंदे भी चलो गुजारा हो जाए, परिवार पल जाए, पर फिर हौली हौली उस बांदर वांगू इन्ने फस जाते हैं कि ਉਹਦੇ ਵਿੱਚੋਂ निकलना ही मुश्किल हो जाता। ज्यों कप के कर मुश्त चनन की, चनन की छोलियां दी दाणियां दी मुट्ठी, लुबद न त्याग दयो, लालच वसी होके वो बांदर छड़दा नहीं। ते नतीजा की निकलदा, ਜਿਹੜਾ ਉਹਨੂੰ ਫੜਨ ਵਾਲਾ ਸ਼ਿਕਾਰੀ ਹੈ, ਕਲੰਦਰ ਹੈ, ਮਦਾਰੀ ਹੈ, ਉਹ ਆ ਕੇ ਫੜ ਲੈਂਦਾ। ਉਹ ਹੁਣ ਫੜ ਕੇ ਉਹਦੇ ਨਾਲ ਜੋ ਵਰਤਾਓ ਕਰਦਾ ਉਹ ਤੁਸੀਂ ਦੇਖਿਆ ਹੋਵੇ। ਜੋ ਜੋ ਕਰਮ ਕੀਏ ਲਾਲਚ ਸਿਉ, ਜਿਹੜੇ ਜਿਹੜੇ ਕੰਮ ਅਸੀਂ ਲਾਲਚ ਦੇ ਅਧੀਨ ਹੋ ਕੇ ਕੀਤੇ ਹਨ, ਤੇ ਫਿਰ ਘਰੇ ਪਰਿਓ, ਉਹ ਗਲ ਵਿੱਚ ਰੱਸੀ ਪੈ ਜਾਂਦੀ, ਅਸੀਂ ਫਸ ਜਾਂਦੇ। ਐਸੇ ਕਾਬੂ ਆਉਂਦੇ ਹਾਂ, ਫਿਰ ਛੱਡਣਾ ਚਾਹੁੰਦੇ ਵੀ ਨਹੀਂ ਛੱਡ ਸਕਦੇ। ਫਿਰ ਉਹੀ ਧੀਆਂ ਪੁੱਤਰ ਪਰਿਵਾਰ ਜਿਹੜੇ ਉਹਨਾਂ ਦੇ ਮੋਹ ਵਿੱਚ ਫਸ ਜਾਣ। ਤੇ ਐਸੇ ਫਸਦੇ ਆ, ਫਿਰ ਉਹ ਤੇ ਕਹਿੰਦੇ ਨੇ ਪਾਪਾ ਜੀ ਲਿਆਓ, ਭਾਵੇਂ ਕਿਧਰੋਂ ਲਿਆਓ। ਜਿਹੜੀ ਲੜ ਲੱਗੀ ਹੁੰਦੀ ਹੈ, ਪੱਲੇ ਲੱਗੀ ਹੁੰਦੀ, ਕਹਿੰਦੀ ਲਿਆਓ, ਮੈਨੂੰ ਤਾਂ ਚੱਕੀ ਦੇ 2 ਪੁੜਾਂ ਵਿੱਚੋਂ ਆਟਾ ਚਾਹੀਦਾ। ਫਿਰ ਭਗਤ ਜੀ ਕਹਿੰਦੇ ਬਹੁ ਪਰਪੰਚ ਕਰ, ਪਰ ਧਨ ਲਿਆਵੇ, ਸੁਤ ਦਾ ਰਾਹ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨ ਕੀਜੈ, अंत नबेला तेरे जी पै लीजै, छिन छिन तन छीजै, जरा जनावे, तब तेरी ओग कोई पानियों न पावे, कहत कबीर कोई नहीं तेरा, हृदय राम की न जपै सवेरा। आ थोड़े दिनों विच महामारी कोरोना के डर करके जो गल्लां सुन रहे हैं, हैरान हो रहे। ਉਹੀ पति, ਉਹੀ पिता, ਉਹੀ सौहरा, जिन्हां ने सारी उम्र मेहनत करके घर बनाया, पता नहीं की पापड़ वेले, पर जदों सुन लिया इनू ते करोने की बीमारी हो गई, फिर ਉਹਦੇ नेड़े नहीं कोई जान ਲਈ ਤਿਆਰ। ਉਹ ਪੁੱਤਰ ਜਿਨ੍ਹਾਂ ਨੂੰ ਮਾਂ ਨੇ ਜੰਮਿਆ ਪਾਲਿਆ ਪੋਸਿਆ ਸੀ, ਉਹਦੀ ਚਿਖਾ ਨੂੰ ਅੱਗ ਲਾਉਣ ਲਈ ਤਿਆਰ ਨਹੀਂ, ਕਹਿੰਦੇ ਤੁਸੀਂ ਲਾ ਦਿਓ। ਬਈ ਜਿਹੜੇ ਲਾਉਣਗੇ ਉਹ ਵੀ ਤੇ ਕਿਸੇ ਮਾਂ ਦੇ ਪੁੱਤਰ ਨੇ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣ ਕੇ ਜੇ ਫਿਰ ਵੀ ਸਾਨੂੰ ਸਮਝ ਨਾ ਆਵੇ ਤੇ ਕਿਵੇਂ ਆਵੇ। ਤੋ ਗੱਲ ਕੀ ਭਗਤ ਜੀ ਨੇ ਤੱਤ ਕੱਢਿਆ, ਜਿਉਂ ਕੱਬ ਕੇ ਕਰ मुष्ट चनन की, लुब्ध न त्याग दयो, जो जो कर्म किए लालच स्यों, ते फिर घरे पਰਿਓ। ਉਹ ਗਲ ਵਿੱਚ ਰੱਸਾ ਪੈ ਗਿਆ। ਫਿਰ ਵੀ ਭਗਤ ਜੀ ਕਹਿੰਦੇ ਨੇ ਯਾਦ ਰੱਖੋ, ਭਗਤ ਬਿਨ ਬਿਰਥੇ ਜਨਮ ਗਇਓ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਇਹ ਜਨਮ ਬਿਰਥਾ ਚਲਾ ਜਾਣਾ। ਸਾਧ ਸੰਗਤ ਭਗਵਾਨ ਭਜਨ ਬਿਨ, ਕਹੀਂ ਨਾ ਸੱਚ ਰਹੋ। ਭਾਈ ਗੁਰੂ ਦੀ ਸੰਗਤ ਤੋਂ ਬਿਨਾਂ, ਪਰਮੇਸ਼ਵਰ ਦੀ ਭਗਤੀ ਤੋਂ ਬਿਨਾਂ ਇਹ ਜਨਮ ਬਿਰਥਾ ਚਲਾ ਗਿਆ। ਇਹਦਾ ਕੋਈ ਲਾਭ ਨਹੀਂ ਹੋਇਆ। ਜਿਨ੍ਹਾਂ ਵਾਸਤੇ ਤੁਸੀਂ ਇਤਨੇ ਪਾਪੜ ਵੇਲੇ, ਜਿਨ੍ਹਾਂ ਵਾਸਤੇ ਤੁਸੀਂ ਇਤਨੇ ਪਾਪ ਕੀਤੇ, ਉਹ ਤਾਂ ਇਹੀ ਕਹਿੰਦੇ ਸੁਣੇ ਜਾਂਦੇ ਨੇ, ਪਾਪਾ ਜੀ ਨੇ ਕੀਤਾ ਕੀ ਹੈ, ਸਾਡੇ ਲਈ ਬਣਾਇਆ ਕੀ ਹੈ। ਉਹਨਾਂ ਦੀ ਹਾਲਤ ਕਦੇ ਦੇਖੋ, ਪਾਣੀ ਸਭ ਕੁਝ ਲਿਖਿਆ, ਕਿਸ ਹੀ ਬਾਦ ਘਾਟ ਕਿਸ ਹੀ ਪੈ, ਸਗਲੇ ਲਰ ਲਰ ਮੂਆ। ਪੁੱਤਰ ਪਿਓ ਨੂੰ ਮਾਰਨ ਲਈ ਤਿਆਰ ਨੇ,
ਭਰਾ ਭਰਾ ਨੂੰ ਗੋਲੀਆਂ ਮਾਰ ਰਹੇ ਨੇ, ਕਾਹਦੇ ਲਈ? ਮਾਇਆ ਲਈ। ਪਰ ਪਾਤਸ਼ਾਹ ਕਹਿੰਦੇ ਹੋਂ ਬਲਿਹਾਰੀ ਸਤ ਗੋਰੇ ਆਪਣੇ, ਜਿਨ ਇਹ ਚਲਤ ਦਿਖਾਇਆ, ਗੂਜੀ ਭਾ ਜਲੈ ਸੰਸਾਰਾ, ਭਗਤ ਨ ਵਿਆਪੈ ਮਾਇਆ। ਮੈਂ ਗੁਰੂ ਤੋਂ ਕੁਰਬਾਨ ਜਾਨਾ, ਉਹਨਾਂ ਮਹਾਂਪੁਰਖਾਂ ਭਗਤਾਂ ਤੋਂ ਕੁਰਬਾਨ ਜਾਨਾ ਜਿਨ੍ਹਾਂ ਨੇ ਸਾਨੂੰ ਸੱਚ ਦਾ ਸੂਰਜ ਵਿਖਾਇਆ ਤੇ ਆਖਿਆ ਉਹ ਦੁਨੀਆ ਦੇ ਲੋਕੋ, ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ, ਕਹੀਂ ਨਾ ਸੱਚ ਰਹਿਓ। ਫਿਰ ਦੂਸਰੇ ਪਦ ਵਿੱਚ ਇੱਕ ਹੋਰ ਮਿਸਾਲ ਦਿੰਦੇ, ਕਹਿੰਦੇ ਜਿਉਂ ਉਦਿਆਨ ਕੁਸਮ ਪਰ ਫੁੱਲ, ਕਿਨੇ ਨਾ ਘਰਾਓ ਲਿਓ। ਆਖਿਆ ਜਿਸ ਤਰ੍ਹਾਂ ਉਦਿਆਨ ਜੰਗਲ ਦੇ ਅੰਦਰ ਕੁਸਮ ਫੁੱਲ ਖਿੜਦੇ ਹਨ, ਖਿੜ ਕੇ ਖਤਮ ਹੋ ਜਾਂਦੇ। ਕਿਸੇ ਨੇ ਜੰਗਲ ਵਿੱਚ ਜਾ ਕੇ ਉਹਨਾਂ ਦੀ ਸੁਗੰਧੀ ਨਹੀਂ ਮਾਣੀ, ਭਾਵ ਉਸਦਾ ਕੋਈ ਆਨੰਦ ਨਹੀਂ ਲਿਆ। ਇਸੇ ਤਰ੍ਹਾਂ ਅਸੀਂ ਪਤਾ ਨਹੀਂ ਕਿੰਨੀਆਂ ਜੂਨੀਆਂ ਤੇ ਕਿੰਨੇ ਜਨਮਾਂ ਵਿੱਚ ਭਟਕ ਗਿਆ ਹੈ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੋ ਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਭਗਤ ਜੀ ਨੇ ਆਪ ਕਿਹਾ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਭਾਈ ਇਹ ਮਨੁੱਖਾ ਦੇਹੀ ਪਾਈ ਤਾਂ ਹੀ ਸਫਲ ਹੈ ਜੇ ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਭਗਤੀ ਕੀਤੀ, ਨਹੀਂ ਤੇ ਜਿਉਂ ਉਦਿਆਨ ਕੁਸਮ ਪਰ ਫੁੱਲਿਤ, ਕਿਨੇ ਨ ਘਰਾਓ ਲਿਓ। ਤੈਸੇ ਭ੍ਰਮਤ ਅਨੇਕ ਜੋਨ ਮੈਂ, ਫਿਰ ਕਾਲ ਹੈਓ। ਕਿੰਨੀ ਵਾਰੀ ਜੰਮੇ, ਕਿੰਨੀ ਵਾਰੀ ਮਰੇ। ਜਿਵੇਂ ਖੂਹ ਦੀਆਂ ਟਿੰਡਾਂ ਦਾ ਗੇੜ ਹੁੰਦਾ, ਕਿੰਨੀ ਵਾਰੀ ਭਰੀਆਂ ਜਾਂਦੀਆਂ ਨੇ, ਫਿਰ ਖਾਲੀ ਹੋ ਜਾਂਦੀਆਂ, ਫਿਰ ਭਰੀਆਂ ਜਾਂਦੀਆਂ। ਜਮ ਜਮ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਫਿਰ ਤੀਜੇ ਪਦ ਵਿੱਚ ਭਗਤ ਜੀ ਕਹਿੰਦੇ ਨੇ, ਇਹ ਆ ਧਨ ਜੋਬਨ ਅਰ ਸੁਤ ਦਾਰਾ। ਇਹ ਧਨ ਜੋਬਨ ਅਤੇ ਪੁੱਤਰ ਇਸਤਰੀ। ਇੱਥੇ ਧਨ ਦਾ ਮਤਲਬ ਧਨ ਦੌਲਤ ਤੋਂ ਹੈ। ਇਹ ਠੀਕ ਹੈ ਕਿ ਧਨ ਦਾ ਨੰਨਾ ਮੁਕਤਾ ਹੈ, ਜੋਬਨ ਦਾ ਨੰਨਾ ਵੀ ਮੁਕਤਾ ਹੈ, ਕਿਉਂਕਿ ਅੱਗੇ ਅਰ ਤੇ ਇਹ ਜਿਹੜਾ ਹੈ ਇਹ ਇਸ ਨੂੰ ਸੰਬੰਧਕੀ ਬਣਾਉਂਦਾ। ਇਹ ਧਨ ਜੋਬਨ ਅਰ ਸੁਤ ਦਾਰਾ, ਵੇਖਣ ਕੋ ਜੋ ਦਇਓ। ਇਹ ਵੇਖਣ ਵਾਲਾ ਤਮਾਸ਼ਾ ਸੀ, ਪਰ ਅਸੀਂ ਤਮਾਸ਼ੇ ਵਿੱਚ ਫਸ ਗਏ। ਸਾਧ ਸੰਗਤ, ਤਮਾਸ਼ਾ ਸ਼ਬਦ ਸਾਨੂੰ ਉਪਰਾ ਲੱਗੇ, ਪਰ ਗੁਰਦੇਵ ਬਾਣੀ ਚ ਲਿਖਦੇ ਨੇ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਇਹ ਤਾਂ ਇੱਕ ਤਮਾਸ਼ਾ। ਹਾਂ, ਅਸੀਂ ਭੁੱਲ ਗਏ, ਤਮਾਸ਼ੇ ਨੂੰ ਅਸਲੀਅਤ ਸਮਝ ਬੈਠੇ, ਔਰ ਤਮਾਸ਼ੇ ਨੂੰ ਅਸਲੀਅਤ ਸਮਝ ਕੇ ਜੱਫਾ ਮਾਰ ਲਿਆ। ਹੁਣ ਐਸਾ ਜੱਫਾ ਵੱਜਾ ਕਿ ਸਾਡੇ ਕੋਲ ਛੁੱਟਿਆ ਨਹੀਂ ਜਾਂਦਾ। ਧੰਨ ਹਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਇੱਕ ਬਚਨ ਕਿਹਾ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਉਹਨਾਂ ਨੇ ਇਹਨੂੰ ਤਮਾਸ਼ਾ ਕਿਹਾ। ਸੱਚਮੁੱਚ ਤਮਾਸ਼ਾ ਅਸੀਂ ਦੇਖਦੇ ਹਾਂ। ਤਮਾਸ਼ੇ ਵਿੱਚ, ਫਿਲਮਾਂ ਵਿੱਚ ਬੜੇ ਬੜੇ ਸੀਨ ਹੁੰਦੇ ਨੇ, ਔਰ ਉਹਨਾਂ ਸੀਨਾਂ ਵਿੱਚ ਕਈ ਦੁੱਖ ਦੇ ਸੀਨ, ਕਈ ਸੁੱਖ ਦੇ ਸੀਨ। ਕਦੇ ਅਸੀਂ ਉਹਨਾਂ ਨਾਲ ਚੰਬੜੇ ਨਹੀਂ।
ਕਦੇ ਅਸੀਂ ਰੋਏ ਨਹੀਂ, ਅਸੀਂ ਨਹੀਂ ਤੇ ਤਮਾਸ਼ਾ ਹੈ। ਸੱਚਮੁੱਚ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਇਹ ਧਨ ਜੋਬਨ ਅਰ ਸੁਤਦਾਰਾ, ਵੇਖਣ ਕੋ ਜੋ ਦਇਓ। ਇਹ ਸਭ ਵੇਖਣ ਵਾਸਤੇ ਸਨ। ਪਰ ਤਿਨਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਿਓ। ਜਿਹੜੇ ਇਹਨਾਂ ਵਿੱਚ ਅਟਕ ਗਏ, ਫਸ ਗਏ, ਉਲਝ ਗਏ, ਉਹਨਾਂ ਨੂੰ ਫਿਰ ਇੰਦਰੀਆਂ ਨੇ ਪ੍ਰੇਰ ਲਿਆ। ਫਿਰ ਉਹ ਇੰਦਰੀਆਂ ਦੇ ਅਧੀਨ ਹੋ ਕੇ ਇਹਨਾਂ ਕਰਮ ਇੰਦਰੀਆਂ, ਗਿਆਨ ਇੰਦਰੀਆਂ, ਸਪਰਸ਼, ਸ਼ਬਦ, ਰੂਪ, ਰਸ, ਗੰਧ ਦੇ ਚੱਕਰ 'ਚ ਫਸ ਗਏ। ਐਸੇ ਫਸੇ ਜਿਵੇਂ ਚਿੱਕੜ 'ਚ ਫਸ ਜਾਈਏ। ਫਿਰ ਜਿਉਂ-ਜਿਉਂ ਨਿਕਲਣ ਦਾ ਯਤਨ ਕਰੀਏ ਤਿਉਂ-ਤਿਉਂ ਹੋਰ ਫਸੀ। ਸਾਡੇ ਨੇੜੇ ਮਾਰਕੰਡਾ ਨਦੀ ਹੈ। ਕਈ ਵਾਰੀ ਦੇਖਿਆ ਉੱਥੇ ਕਈ ਡੁੰਬ ਹੁੰਦੇ ਨੇ, ਜਿੱਥੋਂ ਲੋਕ ਰੇਤਾ ਕੱਢ ਲੈਂਦੇ ਨੇ। ਉੱਥੇ ਫਿਰ ਪਾਣੀ ਜਮ੍ਹਾਂ ਹੋ ਜਾਂਦਾ, ਔਰ ਪਾਣੀ ਦੀ ਜਿਹੜੀ ਉੱਪਰਲੀ ਤਹਿ ਹੈ ਕੁਝ ਦਿਨਾਂ ਬਾਅਦ ਸੁੱਕ ਜਾਂਦੀ। ਉਹ ਦੇਖਣ ਨੂੰ ਲੱਗਦਾ ਕਿ ਸੁੱਕੀ ਜਗ੍ਹਾ, ਪਰ ਕਈ ਪਸ਼ੂ ਪਾਣੀ ਪੀਣ ਦੇ ਲਾਲਚ ਵਿੱਚ ਉਹਦੇ 'ਚ ਫਸ ਜਾਂਦੇ। ਬਸ ਫਿਰ ਉਹਨਾਂ ਨੂੰ ਕੱਢਣ ਦਾ ਕੋਈ ਯਤਨ ਨਹੀਂ, ਉਹ ਵਿੱਚ ਹੀ ਮਰ ਜਾਂਦੇ। ਸੱਚਮੁੱਚ ਇਹੋ ਸਾਡੀ ਹਾਲਤ। ਇਹ ਧਨ ਜੋਬਨ ਅਰ ਸੁਤਦਾਰਾ, ਵੇਖਣ ਕੋ ਜੋ ਦਇਓ। ਤਿਨਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਿਓ। ਅਖੀਰ ਵਿੱਚ ਭਗਤ ਜੀ ਕਹਿੰਦੇ ਨੇ, ਔਦ ਅਨਲ ਤਨ ਤਿਨ ਕੋ ਮੰਦਰ। ਇਹ ਉਮਰ, ਇਹ ਮਾਨੋ ਇਉਂ ਸਮਝੋ ਜਿਵੇਂ ਅੱਗ ਹੈ। ਅਨਲ ਕਹਿੰਦੇ ਨੇ ਅੱਗ ਨੂੰ, ਤੇ ਅੱਗ ਜਿਹੜੀ ਹੈ ਉਹਦਾ ਕੰਮ ਹੈ ਸਾੜਨਾ। ਤੇ ਇਹ ਸਾਡਾ ਸਰੀਰ ਜਿਹੜਾ ਹੈ, ਇਹ ਮਾਨੋ ਕੱਖਾਂ ਦਾ ਮੰਦਰ, ਛਪਰੀ ਹੈ। ਔਦ ਅਨਲ ਤਨ ਤਿਨ ਕੋ ਮੰਦਰ, ਚੌਂ ਦਿਸ ਠਾਠ ਠਿਓ। ਚਾਰੇ ਪਾਸੇ ਅੱਗ ਲੱਗੀ ਹੋਈ, ਵਿਸ਼ੇ ਵਿਕਾਰਿਆਂ ਦੀ ਅੱਗ, ਔਰ ਇਸ ਨੂੰ ਫੂਕ ਰਹੀ ਹੈ। ਪਰ ਅਸੀਂ ਸੁੱਤੇ ਹੋਏ ਹਾਂ, ਅਸੀਂ ਅਣਗਹਿਲ ਹਾਂ, ਅਸੀਂ ਬੇਫਿਕਰ ਹੋਏ ਪਏ। ਫਿਰ ਭਗਤ ਜੀ ਆਪਣਾ ਫੈਸਲਾ ਦਿੰਦੇ, ਕਹਿ ਕਬੀਰ ਭੈ ਸਾਗਰ ਤਰਨ ਕੋ, ਮੈਂ ਸਤਿਗੁਰ ਓਟ ਲਿਓ। ਕਬੀਰ ਜੀ ਕਹਿੰਦੇ ਨੇ, ਮੈਂ ਇਸ ਡਰ ਦੇ ਸਮੁੰਦਰ ਨੂੰ ਤਰਨ ਵਾਸਤੇ ਸਤਿਗੁਰੂ ਦੀ ਓਟ ਲਈ। ਮੈਂ ਸਤਿਗੁਰੂ ਦੇ ਦੱਸੇ ਰਾਹ ਤੇ ਚੱਲਿਆ। ਤੇ ਸਤਿਗੁਰੂ ਦਾ ਦੱਸਿਆ ਰਾਹ ਕੀ ਹੈ? ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ, ਕਹੀਂ ਨ ਸੱਚ ਰਹੋ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਜਿਹੜਾ ਕੰਮ ਕਰਨ ਲਈ ਮਨੁੱਖਾ ਜਨਮ ਮਿਲਿਆ ਹੈ ਉਹ ਕਰੀਏ, ਫਿਰ ਸਾਡਾ ਇਹ ਜਨਮ ਸਫਲ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।